ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅੱਜ ਅਸੀਂ ਪੰਥ ਦੀ ਮਹਾਨ ਹਸਤੀ, ਜਿਨ੍ਹਾਂ ਦੇ ਉੱਤੇ ਪੰਥ ਨੂੰ ਬੜਾ ਮਾਣ ਔਰ ਨਾਜ਼ ਹੈ, ਗਿਆਨੀ ਹਰਿੰਦਰ ਸਿੰਘ ਜੀ ਅਲਮਰ ਵਾਲੇ, ਜੋ ਸਿੱਖ ਦੀ ਪਰਿਭਾਸ਼ਾ ਦੇ ਸੰਬੰਧ ਵਿੱਚ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ, ਜਿੱਥੇ ਕਿ ਇੱਕ ਬੱਚੀ ਗੁਰਲੀਨ ਕੌਰ ਨੇ ਗੁਰੂ ਰਾਮਦਾਸ ਮੈਡੀਕਲ ਹੌਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਨਾ ਮਿਲਣ ਦੇ ਕਾਰਨ ਇੱਕ ਕੇਸ ਫਾਈਲ ਕੀਤਾ ਸੀ। ਉਸ ਦੇ ਸੰਬੰਧ ਵਿੱਚ ਕਈ ਤਰ੍ਹਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੇ ਉਹਦੇ ਤੋਂ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਚੱਲ ਰਹੀ ਸੀ। ਦੇਵਨੇਤ ਗੁਰੂ ਦੀ ਕਿਰਪਾ ਹੋਈ ਕਿ ਗਿਆਨੀ ਹਰਿੰਦਰ ਸਿੰਘ ਜੀ ਉਸ ਮੌਕੇ ਪੰਥ ਦੀ ਬੋੜੀ ਕਰਨ ਲਈ ਕਹਿ ਦਈਏ ਕਿ ਕੋਈ ਅਤਕਥਨੀ ਨਹੀਂ ਹੋਏਗੀ। ਇਹਨਾਂ ਨੇ ਉੱਥੇ ਜਿਹੜੀ ਸਿੱਖ ਦੀ ਪਰਿਭਾਸ਼ਾ ਬਿਆਨ ਕੀਤੀ, ਸਿੱਖ ਸਹਿਜਧਾਰੀ ਜਿਵੇਂ ਮੁਸਲਮਾਨ ਸਹਿਜਧਾਰੀ ਨਹੀਂ ਹੋ ਸਕਦਾ, ਕੋਈ ਹਿੰਦੂ ਵੀਰ ਸਹਿਜਧਾਰੀ ਨਹੀਂ ਹੈ, ਪਰ ਸਿੱਖ ਹੀ ਸਹਿਜਧਾਰੀ ਕਿਉਂ ਹੈ, ਇਸ ਦੇ ਲਈ ਗਿਆਨੀ ਜੀ ਦੇ ਕੋਲੋਂ, ਜੋ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਬੜੀ ਕੁਸ਼ਲਤਾ ਦੇ ਨਾਲ ਗੁਰੂ ਬਖਸ਼ਿਸ਼ ਕੀਤੀ ਹੋਈ ਮੁੱਢ ਮੁਤਾਬਕ ਬੜੀ ਕਾਮਯਾਬੀ ਦੇ ਨਾਲ ਇਸ ਕੇਸ ਨੂੰ ਮੋੜਾ ਦਿੱਤਾ ਔਰ ਸਿੱਖ ਦੀ ਪਰਿਭਾਸ਼ਾ ਬੜੀ ਸੁਚੱਜੇ ਢੰਗ ਨਾਲ ਬਿਆਨ ਕੀਤੀ। ਉਹ ਆਪ ਜੀ ਦੇ ਨਾਲ ਉਸ ਮੌਕੇ ਦੇ ਜਿਹੜੇ ਸ਼ਬਦ ਸਨ, ਜਿਹੜੇ ਐਵੀਡੈਂਸ ਸਨ ਉਹਨਾਂ ਦੇ ਕੋਲ, ਉਹਦੇ ਮੁਤਾਬਕ ਗੱਲ ਕਰਨਗੇ। ਮੈਂ ਗਿਆਨੀ ਜੀ ਨੂੰ ਬੇਨਤੀ ਕਰਾਂ ਕਿ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਕਿੱਦਾਂ ਸ਼ੁਰੂ ਹੋਈ, ਇਸ ਦੇ ਸੰਬੰਧ ਵਿੱਚ ਆਪ ਜੀ ਸਾਨੂੰ ਥੋੜ੍ਹਾ ਜਿਹਾ ਚਾਨਣਾ ਪਾਓ ਜੀ। ਸਨ 1925 ਦੇ ਵਿੱਚ ਗੁਰਦੁਆਰਾ ਐਕਟ ਦੇ ਮੁਤਾਬਕ ਜੋ ਸਹਿਜਧਾਰੀ ਦੀ ਪਰਿਭਾਸ਼ਾ ਸੀ, ਉਹ ਸਨ 1971 ਦੇ ਵਿੱਚ ਖਤਮ ਕਰ ਦਿੱਤੀ ਗਈ ਸੀ। ਇਸ ਕਰਕੇ ਚੂँਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਜੋ ਸਹਿਜਧਾਰੀ ਸਨ ਉਹਨਾਂ ਵਿੱਚੋਂ ਉਹਨਾਂ ਨੇ ਇੱਕ ਲਕੀਰ ਉੱਤੇ ਹੀ ਇੱਕ ਪਾਸੇ ਉਸ ਪਾਸੇ ਚੱਲ ਪਏ। ਜਿਨ੍ਹਾਂ ਨੇ ਸਿੱਖ ਹੋਣਾ ਸੀ ਉਹ ਸਿੱਖ ਹੋ ਗਏ, ਜਿਨ੍ਹਾਂ ਨੇ ਨਹੀਂ ਸੀ ਹੋਣਾ ਉਹ ਬਿਲਕੁਲ ਹਿੰਦੂ ਹੋ ਗਏ। ਕਿਸੇ ਦਾ ਹਿੰਦੂ ਹੋਣਾ ਉਹ ਉਸ ਦੀ ਇੱਛਾ ਉੱਤੇ ਹੈ, ਹੋ ਸਕਦਾ ਹੈ। ਸਿੱਖ ਹੋਣਾ ਵੀ ਇਸੇ ਤਰ੍ਹਾਂ ਹੈ। ਪਰ ਉਹ ਜਿਹੜੀ ਸਹਿਜਧਾਰੀ ਦੀ ਪਰਿਭਾਸ਼ਾ ਕਿਸੇ ਵਕਤ ਸੀ, ਜੋ ਸਿੱਖ ਰੀਤਾਂ ਅਨੁਸਾਰ ਸਾਰੇ ਆਪਣੇ ਰਸਮਾਂ ਕਰਦਾ ਹੋਵੇ, ਕੁੱਠਾ ਨਾ ਖਾਉਂਦਾ ਹੋਵੇ, ਤੰਬਾਕੂ ਨਾ ਪੀਉਂਦਾ ਹੋਵੇ ਅਤੇ ਮੂਲ ਮੰਤਰ ਦਾ ਉਚਾਰਨ ਕਰਦਾ ਹੋਵੇ, ਅਤੇ ਕੁਝ ਐਸਾ ਵੀ ਪਤਾ ਚੱਲਦਾ ਹੈ ਜੋ ਆਪਣੇ ਪਰਿਵਾਰ ਦੇ ਵਿੱਚ ਇੱਕ ਬੱਚਾ ਉਹ ਕੇਸਾਧਾਰੀ ਬਣਾਏ। ਸੋ ਇਸ ਪਰਪਾਟੀ ਨਾਲ ਇਹ ਚੱਲਦਾ ਆ ਰਿਹਾ ਸੀ। ਲੇਕਿਨ 1971 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ ਇਹ ਕੇਸ ਜਿਹੜਾ ਸੀ ਖ਼ਤਮ ਕਰ ਦਿੱਤਾ ਗਿਆ, ਇਹ ਕਲਾਸ ਹੀ ਖ਼ਤਮ ਕਰ ਦਿੱਤੀ ਗਈ। ਪਰ ਕਈਆਂ ਦੇ ਮਨ ਦੇ 'ਚ ਖਿਆਲ ਰਿਹਾ ਵੀ ਅਸੀਂ ਅਜੇ ਵੀ ਸਹਿਜਧਾਰੀ ਸਿੱਖ ਹਾਂ। ਜੇ ਹਿੰਦੂਆਂ ਦੇ 'ਚ ਕੋਈ ਹਿੰਦੂ ਸਹਿਜਧਾਰੀ ਨਹੀਂ, ਮੁਸਲਮਾਨਾਂ ਦੇ 'ਚ ਕੋਈ ਸਹਿਜਧਾਰੀ ਮੁਸਲਮਾਨ ਨਹੀਂ, ਈਸਾਈਆਂ ਦੇ 'ਚ ਕੋਈ ਸਹਿਜਧਾਰੀ ਈਸਾਈ ਨਹੀਂ, ਤਾਂ ਸਿੱਖਾਂ ਦੇ 'ਚ ਹੁਣ ਕਿਉਂ ਹੈ? ਸਿੱਖ ਜਾਂ ਸਿੱਖ ਹੈ ਜਾਂ ਸਿੱਖ ਨਹੀਂ ਹੈ, ਇਹ ਲਕੀਰ ਚਾਹੀਦੀ ਹੈ ਅਤੇ ਗੁਰੂਆਂ ਨੇ ਬਣਾਈ ਹੋਈ ਹੈ। ਪਰ ਪੰਜਾਬੀ ਬੋਲੀ ਦੇ, ਪੰਜਾਬੀ ਦੇ ਵਿੱਚ, ਪੰਜਾਬ ਦੇ ਉਸ ਖਿੱਤੇ ਦੇ ਵਿੱਚ ਇਹ ਚੱਲਦਾ ਆ ਰਿਹਾ ਸੀ। ਗੁਰਲੀਨ ਕੌਰ ਨਾਂ ਦੀ ਲੜਕੀ ਨੂੰ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ, ਜੋ ਸਿੱਖਾਂ ਦੀ ਸਿਰਮੌਰ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੇ ਤਹਿਤ ਇਹ ਅਦਾਰਾ ਹੈ, ਉਸ ਨੂੰ ਐਡਮਿਸ਼ਨ ਨਹੀਂ ਮਿਲੀ। ਐਡਮਿਸ਼ਨ ਕਿਉਂ ਨਹੀਂ ਦਿੱਤੀ ਕਿ ਸਿਰਫ ਉਸ ਦੇ ਭਰਵੱਟੇ ਕੱਟੇ ਹੋਏ ਸਨ ਇਸ ਵਾਸਤੇ ਸੀ, ਜਾਂ ਕੋਈ ਹੋਰ ਕਾਰਨ ਹੈ? ਇਸ ਦੀ ਪੜਚੋਲ ਕਰਨੀ ਚਾਹੀਦੀ ਹੈ।
ਕਿਉਂਕਿ ਜਿਤਨੇ ਵੀ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਇੰਸਟੀਟਿਊਸ਼ਨਸ ਹਨ, ਇਹਨਾਂ ਦੇ 'ਚ ਬਹੁਤ ਜ਼ਿਆਦਾ ਡੋਨੇਸ਼ਨ ਦਾ ਪੈਸਾ ਬਿਨਾਂ ਰਸੀਦਾਂ 'ਤੇ ਲਿਆ ਜਾਂਦਾ ਹੈ ਪੂਰੇ ਹਿੰਦੁਸਤਾਨ ਦੇ 'ਚ। ਇਹ ਭਾਵੇਂ ਸਬੂਤ ਨਾ ਹੋਣ, ਲੇਕਿਨ ਸਾਰਿਆਂ ਨੂੰ ਪਤਾ ਹੈ। ਤੋ ਵਜ੍ਹਾ ਕਿਹੜੀ ਰਹੀ ਹੋਣੀ ਹੈ ਐਡਮਿਸ਼ਨ ਨਾ ਦੇਣ ਦੀ? ਇਹ ਖੋਜ ਦਾ ਇੱਕ ਵਿਸ਼ਾ ਹੈ। ਉਸ ਲੜਕੀ ਨੇ, ਗੁਰਲੀਨ ਕੌਰ ਨੇ, ਜੋ ਉਸਦੇ ਕੋਲ ਕੁਆਲੀਫਿਕੇਸ਼ਨ ਸੀ, ਮੈਰਿਟ ਸੀ, ਸਾਰੀ ਚੀਜ਼ ਠੀਕ ਹੋਣੀ ਹੈ, ਪਰ ਉਸਨੂੰ ਸਿੱਖ ਨਹੀਂ ਹੈ ਤੂੰ, ਤੇ ਇਹ ਸਿੱਖ ਸੰਸਥਾ ਹੈ, ਮਾਈਨੋਰਟੀ ਦੇ ਵਿੱਚ ਹੈ, ਉਸ ਦੇ ਮੁਤਾਬਕ ਇਸ ਨੂੰ ਐਡਮਿਸ਼ਨ ਤੋਂ ਮਨਾ ਕਰਤਾ ਤੇ ਉਹ ਕੇਸ ਲੈ ਕੇ ਕੋਰਟ ਵਿੱਚ ਚਲੀ ਗਈ। ਸਿਟੀਜ਼ਨ ਰਾਈਟਸ ਦੇ ਮੁਤਾਬਕ ਜੋ ਕੋਈ ਵਕੀਲ ਦੇ ਥਰੂ, ਲਾਇਰ ਦੇ ਥਰੂ ਕੋਰਟ ਵਿੱਚ ਜਾਂਦਾ ਹੈ, ਤੇ ਕੋਰਟ ਉਸਨੂੰ ਇਹ ਨਹੀਂ ਕਹਿ ਸਕਦਾ ਵੀ ਤੇਰਾ ਅਸੀਂ ਕੇਸ ਲੈਣਾ ਹੀ ਨਹੀਂ। ਤਾਂ ਸੁਭਾਵਕ ਹੈ ਜਦੋਂ ਇਹ ਕੇਸ ਗਿਆ ਤਾਂ ਬੜੇ ਸਾਰੇ ਵਕੀਲ ਵਿੱਚ ਇਨਵੋਲਵ ਹੋਏ, ਜਿਸ ਤਰ੍ਹਾਂ ਮੈਨੂੰ ਪਤਾ ਚੱਲਿਆ ਸੀ। ਤੇ ਮੈਨੂੰ ਪਤਾ ਚੱਲਿਆ ਸੀ 28 ਜਨਵਰੀ ਇੱਕ ਮੀਟਿੰਗ ਹੋਣੀ ਸੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਵਿੱਚ, ਸਿੱਖ ਫੋਰਮ ਦੇ ਬੈਨਰ ਥੱਲੇ, ਜਿਸ ਦੇ ਫਾਊਂਡਰ ਮੈਂਬਰ ਸਨ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ। ਇਹ ਚਿੱਠੀ ਮੈਨੂੰ ਮਿਲੀ 20 ਜਨਵਰੀ 2009 ਨੂੰ। ਉੱਥੇ ਜਾ ਕੇ ਜਿਤਨੇ ਵੀ ਸਿਰੇ ਦੇ ਇੰਟੈਲੈਕਚੁਅਲ, ਡਾਕਟਰ, PhD ਕੀਤੇ ਹੋਏ, ਸਿੱਖ ਕੰਸਰਨ ਵਾਲੇ ਆਪਣਾ ਸਰੋਕਾਰ ਰੱਖਦੇ ਹੋਏ, ਉਹਨਾਂ ਨੇ ਜਦੋਂ ਉੱਥੇ ਇਹ ਮੀਟਿੰਗ ਕੀਤੀ, ਮੈਨੂੰ ਬੁਲਾਇਆ, ਤੇ ਉਸ ਮੀਟਿੰਗ ਦੇ ਵਿੱਚ ਜੋ ਗੱਲਾਂ ਹੋ ਰਹੀਆਂ ਸਨ, ਮੈਂ ਬਹੁਤ ਤੜਪਿਆ ਉਸ ਦੇ ਵਿੱਚ। ਇਸ ਕਰਕੇ ਜਿਤਨੇ ਵੀ ਸਨ ਉਹਨਾਂ ਦਾ ਕਰੀਬ ਇੱਕੋ ਹੀ ਲਹਿਜਾ ਸੀ ਕਿ ਸਿੱਖ ਤਾਲਿਬਾਨੀ ਰਸਤੇ 'ਤੇ ਚੱਲ ਰਹੇ ਨੇ। ਇਹ ਸ਼ਬਦਾਵਲੀ ਵਰਤੀ, ਜੇ 4 ਵਾਲ ਕੱਟ ਲਏ ਤਾਂ ਕੀ ਸਿੱਖੀ ਖਤਮ ਹੋ ਗਈ। ਫਿਰ ਇਹ ਕਿਹਾ ਜਾ ਰਿਹਾ ਸੀ ਵੀ ਜੇ ਇਹ ਤੁਸੀਂ ਕਰੋਗੇ ਤਾਂ 90%, 90% ਤੋਂ ਜ਼ਿਆਦਾ ਸਿੱਖ ਖਤਮ ਹੋ ਜਾਣਗੇ, ਤੁਸੀਂ ਸਿਰਫ 10%, 5% ਹੀ ਰਹਿ ਜਾਓਗੇ। ਪਹਿਲੇ ਅਸੀਂ 2% ਹਾਂ ਤੇ ਉਸ ਦੇ ਵਿੱਚੋਂ 90% ਓਵਰ, 90% ਤੋਂ ਜ਼ਿਆਦਾ ਸਿੱਖ ਖਤਮ ਹੋ ਜਾਣਗੇ। ਇਹ ਸਾਰੀਆਂ ਗੱਲਾਂ ਮੈਂ ਸੁਣ ਰਿਹਾ ਸਾਂ ਤੇ ਮੈਨੂੰ ਚੋਟ ਲੱਗ ਰਹੀ ਸੀ। ਇਸ ਦੇ ਵਿੱਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦਾ 2-3 ਪੇਜਾਂ ਦਾ ਇੱਕ ਬਰੀਫ ਨੋਟ ਵੀ ਸੀ, ਜਿਹੜਾ ਇਹ ਕੇਸ ਪੈਂਡਿੰਗ ਹੀ ਸੀ। ਇਸ ਸੀਨੀਅਰ ਵਕੀਲ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਨਤੀ ਕਰਕੇ ਕੋਰਟ ਦੇ ਵਿੱਚ ਭੇਜਿਆ ਸੀ, ਚੰਡੀਗੜ੍ਹ ਹਾਈ ਕੋਰਟ ਦੇ ਵਿੱਚ, ਤੇ ਉਸ ਨੇ ਇੱਕ ਪੈਰੇ ਦੇ ਵਿੱਚ ਲਿਖਿਆ ਹੈ, I accepted the request of Sardar Paramjit Singh Sarna to appear in the High Court for Delhi Sikh Management Gurdwara Committee. I requested the court to reframe the issues, but the court declined, stating that there has already been 8 hearings and now at this late stage the court is not going to entertain such a request. वापस कर देता। अगली लाइन जो हरविंदर सिंह फुलका सीनियर एडवोकेट सुप्रीम कोर्ट ने लिखी, पहली लाइन ने तो मैंने चोट मारती बई कोर्ट केड़ी लाइन उत्ते जा रहा है, रीफ्रेम नहीं करना चाहता। तो फिर अगे हरविंदर सिंह जी फुलका ने लिखा, द केस इज स्टिल नॉट डिसाइडेड एंड हैज़ बीन एडजॉर्न्ड to 20th February 2009, there is still hope that if the Sikh community gets together and raises its voice, we may be able to find a solution to this. इस गल ने मेरे मन नूं पकड़ लिया। दास कथा कर रहा सी बंगला साहब विखे ते संगत नूं बेनती कीती भी किसे कोर्ट नूं सिख की परिभाषा सैट करन दी परमिशन नहीं देनी चाहिए, हो भी नहीं सकती। तो मुख दलील दास दी ये सी 250 साल गुरु साहबान रहे तो उस वक़्त तो सिख होए,
ਕਿਉਂਕਿ ਜੀ। ਜਿਸ ਦਿਨ ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੇ ਪਹਿਲਾ ਬਚਨ ਉਚਾਰਨ ਕੀਤਾ ਹੋਵੇਗਾ ਤੇ ਜਿਸ ਸਿੱਖ ਨੇ ਸੁਣਿਆ ਉਸ ਉਤੇ ਆਪਣੀ ਸ਼ਰਧਾ ਰੱਖੇ ਤਾਂ ਸਿੱਖੀ ਤਾਂ ਉਦੋਂ ਤੋਂ ਸ਼ੁਰੂ ਹੋ ਗਈ। ਤੋ 10 ਗੁਰੂ ਸਾਹਿਬਾਨ ਸਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ, ਭਾਈ ਸਾਹਿਬ ਗੁਰਦਾਸ ਜੀ ਦੀ ਰਚਨਾ ਹੈ ਕਿ ਉਹਨਾਂ ਨੇ ਆਪਣੇ ਸਿੱਖਾਂ ਦੀ ਸਿੱਖੀ ਫੈਲਾਈ, ਸਿੱਖੀ ਦਿੱਤੀ, ਸਿੱਖੀ ਸਮਝਾਈ, ਤੇ ਕਿ ਉਹਨਾਂ ਨੇ ਆਪਣੇ ਸਿੱਖ ਦੀ ਪਰਿਭਾਸ਼ਾ ਸੈੱਟ ਨਹੀਂ ਸੀ ਕੀਤੀ ਕਿ ਕਿਸੇ ਇੱਕ ਸੰਸਥਾ ਨੂੰ, ਕਿਸੇ ਅਦਾਲਤ ਨੂੰ ਸਿੱਖ ਦੀ ਪਰਿਭਾਸ਼ਾ ਸੈੱਟ ਕਰਨ ਦੀ ਅੱਜ ਕੀ ਲੋੜ ਪੈ ਗਈ।